ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ JGH ਐਜੂਕੇਸ਼ਨ ਪੁਆਇੰਟ ਦੇ ਵਿੱਚ। ਅੱਜ ਆਪਾਂ ਹਵਾਈ ਆਵਾਜਾਈ ਜਾਂ 에ਅਰ ਟਰਾਂਸਪੋਰਟ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਸੜਕੀ ਆਵਾਜਾਈ ਭਾਰਤੀ ਰੇਲਵੇ ਪ੍ਰਣਾਲੀ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਜਿਨ੍ਹਾਂ ਨੇ ਮੇਰੇ ਲੈਸਨ ਨਹੀਂ ਦੇਖੇ ਉਹ ਮੇਰੇ ਚੈਨਲ ਉੱਪਰ ਜਾ ਕੇ ਇਹਨਾਂ ਨੂੰ ਦੇਖ ਸਕਦਾ ਹੈ। ਅੱਜ ਆਪਾਂ ਹਵਾਈ ਆਵਾਜਾਈ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਚਲੋ ਜੀ ਸ਼ੁਰੂ ਕਰਦੇ ਹਾਂ। ਭਾਰਤ ਦਾ ਪਹਿਲਾ 에ਅਰਪੋਰਟ ਜੂਹੂ 에ਅਰਪੋਰਟ ਹੈ ਜੋ ਕਿ ਮੁੰਬਈ ਵਿੱਚ ਹੈ। ਇਹ 1928 ਵਿੱਚ ਬਣਿਆ। ਇਹ ਪਹਿਲਾ ਘਰੇਲੂ ਉਡਾਨਾਂ ਲਈ ਬਣਿਆ 에ਅਰਪੋਰਟ ਹੈ। ਗੱਲ ਕਰਦੇ ਹਾਂ ਪਹਿਲੇ 에ਅਰਪੋਰਟ ਦੀ ਜੋ ਇੰਡੀਆ 'ਚ ਬਣਿਆ 1928 'ਚ ਬਣਿਆ। ਨਾਮ ਕੀ ਹੈ? ਜੂਹੂ 에ਅਰਪੋਰਟ ਜੋ ਕਿ ਮੁੰਬਈ ਦੇ ਵਿੱਚ ਹੈ। ਠੀਕ ਹੈ। ਪਹਿਲਾਂ ਇਹ ਘਰੇਲੂ ਉਡਾਨਾਂ ਵਾਸਤੇ ਬਣਿਆ ਸੀ। ਇੱਥੇ ਇੰਟਰਨੈਸ਼ਨਲ ਫਲਾਈਟਸ ਨਹੀਂ ਚੱਲਦੀਆਂ ਸੀ। ਭਾਰਤ ਦੇ ਪਹਿਲੇ ਪਾਇਲਟ JRD ਟਾਟਾ ਸਨ। ਹੁਣ ਕਈ ਵਾਰ ਆ ਜਾਂਦਾ ਵੀ ਪਹਿਲੇ ਪਾਇਲਟ ਦਾ ਨਾਮ ਦੱਸੋ, ਤਾਂ ਉਹਨਾਂ ਦਾ ਨਾਮ ਹੈ JRD ਟਾਟਾ। ਇਹਨਾਂ ਨੇ ਪਹਿਲੀ ਉਡਾਨ ਮੁੰਬਈ ਤੋਂ ਕਰਾਚੀ ਉਡਾਈ ਸੀ। ਟਾਟਾ ਏਅਰਲਾਈਨ 1935 ਵਿੱਚ ਸ਼ੁਰੂ ਹੋਈ ਸੀ, ਜੋ ਕਿ ਪਹਿਲੀ ਵਾਰ ਮੁੰਬਈ ਤੋਂ ਤ੍ਰਿਵੇਂਦਰਮਪੁਰਮ ਚੱਲੀ ਸੀ। ਇਸ ਦਾ ਰਾਸ਼ਟਰੀਕਰਨ 1953 ਵਿੱਚ ਹੋਇਆ। ਦੇਖੋ ਗੱਲ ਕਰਦੇ ਹਾਂ ਟਾਟਾ ਏਅਰਲਾਈਨ ਦੀ, ਜੋ ਕਿ 1935 ਵਿੱਚ ਸ਼ੁਰੂ ਹੋਈ ਸੀ। ਠੀਕ ਹੈ, ਕਿ ਆਜ਼ਾਦੀ ਤੋਂ ਪਹਿਲਾਂ ਨਹੀਂ ਗੱਲ ਕਰ ਰਹੇ ਹਾਂ, ਅਤੇ ਬਾਅਦ ਵਿੱਚ ਆਜ਼ਾਦੀ ਮਿਲ ਗਈ 1947 ਵਿੱਚ ਆਪਾਂ ਨੂੰ, ਤਾਂ 1953 ਵਿੱਚ ਇਹਦਾ ਰਾਸ਼ਟਰੀਕਰਨ ਹੋ ਗਿਆ ਸੀ। ਪਹਿਲਾ ਅੰਤਰਰਾਸ਼ਟਰੀ 에ਅਰਪੋਰਟ ਕੋਚੀਨ ਜੋ ਕਿ ਕੇਰਲਾ ਵਿੱਚ ਹੈ, ਕੋਚੀ 'ਚ ਬੋਲ ਦਿੰਦੇ ਹਾਂ ਆਪਾਂ ਨੂੰ, 에ਅਰਪੋਰਟ ਹੈ ਜਿਹੜਾ ਕਿ 1936 ਵਿੱਚ ਬਣਿਆ ਸੀ। ਇਹ ਅਜਿਹਾ 에ਅਰਪੋਰਟ ਸੀ ਜੋ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਸੀ। ਠੀਕ ਹੈ ਨਾ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ। ਠੀਕ ਹੈ ਨਾ, ਕਈ ਵਾਰ ਆ ਜਾਂਦਾ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਵਾਲਾ 에ਅਰਪੋਰਟ ਦਾ ਕੀ ਨਾਮ ਹੈ, ਤਾਂ ਉਹਦਾ ਨਾਮ ਕੀ ਹੈ? ਕੋਚੀਨ 에ਅਰਪੋਰਟ। ਪਹਿਲੀ ਭਾਰਤੀ ਮਹਿਲਾ ਪਾਇਲਟ ਦਾ ਨਾਮ ਸਰਲਾ ਠਕਰਾਲ ਹੈ। ਠੀਕ ਹੈ, ਪਹਿਲੀ ਭਾਰਤੀ ਮਹਿਲਾ ਪਾਇਲਟ ਦਾ ਨਾਮ ਸਰਲਾ ਠਕਰਾਲ ਹੈ। ਹਰਿਤਾ ਕੌਰ ਦਿਓਲ ਪਹਿਲੀ ਮਹਿਲਾ ਪਾਇਲਟ ਹੈ ਜਿਸਨੇ ਭਾਰਤੀ ਵਾਯੂ ਸੈਨਾ ਵਿੱਚ ਸੋਲੋ ਜਹਾਜ਼ ਚਲਾਇਆ। ਦੇਖੋ, ਜੋ ਸਰਲਾ ਠਕਰਾਲ ਜੀ ਸੀਗੇ ਉਹਨਾਂ ਨੇ ਯਾਤਰੀ ਪਲੇਨ ਉਡਾਇਆ। ਠੀਕ ਹੈ, ਅਤੇ ਜੇਕਰ ਗੱਲ ਕਰਦੇ ਹਾਂ ਆਪਾਂ ਵਾਯੂ ਸੈਨਾ ਦੀ, ਤਾਂ ਵਾਯੂ ਸੈਨਾ ਵਿੱਚ ਪਹਿਲਾ ਜਹਾਜ਼ ਉਡਾਉਣ ਵਾਲੇ ਸੀ ਹਰਿਤਾ ਕੌਰ ਦਿਓਲ ਜੀ, ਜਿਨ੍ਹਾਂ ਨੇ ਸੋਲੋ ਜਹਾਜ਼ ਚਲਾਇਆ। ਸੋਲੋ ਜਹਾਜ਼ ਕਿਹੜਾ ਹੁੰਦਾ ਹੈ? ਛੋਟਾ ਪਲੇਨ। ਤੁਸੀਂ ਆਮ ਸ਼ਹਿਰਾਂ 'ਚ ਉੱਪਰ ਉੱਡਦਾ ਦੇਖਿਆ ਹੋਣਾ ਹੈ। ਇਹ ਵੱਡਾ ਜਹਾਜ਼ ਨਹੀਂ ਹੁੰਦਾ ਅਤੇ ਨਾ ਹੀ ਫਾਈਟਰ ਪਲੇਨ ਹੁੰਦਾ, ਛੋਟਾ ਜਹਾਜ਼ ਹੁੰਦਾ ਹੈ। ਇਹ ਹਰਿਤਾ ਕੌਰ ਦਿਓਲ ਜੀ ਨੇ ਇਸ ਜਹਾਜ਼ ਨੂੰ ਪਹਿਲੀ ਵਾਰ ਵਾਯੂ ਸੈਨਾ ਵਿੱਚ ਉਡਾਇਆ, ਮਤਲਬ ਇਹ ਪਹਿਲੀ ਲੇਡੀ ਸੀ। ਅਤੇ ਸਰਲਾ ਠਕਰਾਲ ਜੀ ਕੌਣ ਸਨ? ਜਿਨ੍ਹਾਂ ਨੇ ਯਾਤਰੀ ਜਹਾਜ਼ ਨੂੰ ਉਡਾਇਆ ਸੀ ਪਹਿਲਾਂ। ਠੀਕ ਹੈ, ਕਨਫਿਊਜ਼ ਨਾ ਹੋਇਓ। ਅੱਗੇ ਦੇਖਦੇ ਹਾਂ ਆਪਾਂ। ਭਾਵਨਾ ਕੰਠ ਪਹਿਲੀ ਮਹਿਲਾ ਪਾਇਲਟ ਸਨ ਜਿਨ੍ਹਾਂ ਨੇ ਆਪਣੇ ਸਾਥੀ ਮੋਹਾਨਾ ਸਿੰਘ ਅਤੇ ਅਵਨੀ ਚਤੁਰਵੇਦੀ ਨਾਲ ਮਿਲ ਕੇ ਫਾਈਟਰ ਜਹਾਜ਼ ਚਲਾਇਆ ਸੀ। ਠੀਕ ਹੈ, ਗੱਲ ਕਰਦੇ ਹਾਂ ਆਪਾਂ ਫਾਈਟਰ ਜਹਾਜ਼ ਦੀ, ਜਿਹੜੀ ਕਿ ਭਾਰਤੀ ਵਾਯੂ ਸੈਨਾ ਵਿੱਚ ਚਲਾਇਆ ਗਿਆ ਭਾਵਨਾ ਕੰਠ ਦੁਆਰਾ। ਉਹ ਦੋ ਸਾਥੀਆਂ ਨਾਲ ਮਿਲ ਕੇ ਮੋਹਾਨਾ ਸਿੰਘ ਅਤੇ ਅਵਨੀ ਚਤੁਰਵੇਦੀ ਨਾਲ ਮਿਲ ਕੇ ਉਹਨਾਂ ਨੇ ਫਾਈਟਰ ਜਹਾਜ਼ ਨੂੰ ਚਲਾਇਆ ਸੀ। ਕਈ ਜਗ੍ਹਾ ਦੇ ਉੱਪਰ ਅਵਨੀ ਚਤੁਰਵੇਦੀ ਨੂੰ ਵੀ ਕਿਹਾ ਗਿਆ ਹੈ। ਠੀਕ ਹੈ ਨਾ, ਭਾਵਨਾ ਕੰਠ ਜੀ ਨੋਟ ਤੁਸੀਂ ਕਰ ਸਕਦੇ ਹੋ। ਵਾਯੂ ਰੂਟ ਲਿਮਟਿਡ ਕੰਪਨੀ 1981 ਵਿੱਚ ਸ਼ੁਰੂ ਹੋਈ ਸੀ। ਕੰਪਨੀ ਸੀ ਜੋ ਜਹਾਜ਼ ਚਲਾਉਣੀ ਸੀ। ਠੀਕ ਹੈ ਨਾ, ਜੋ ਬਾਅਦ ਵਿੱਚ ਇੰਡੀਅਨ 에ਅਰਲਾਈਨ ਵਿੱਚ ਮਰਜ ਹੋ ਗਈ। ਨਾਮ ਪਹਿਲਾਂ ਕੀ ਸੀਗਾ? ਵਾਯੂਦੂਤ ਲਿਮਟਿਡ ਕੰਪਨੀ ਸੀ, 1981 ਵਿੱਚ ਸ਼ੁਰੂ ਹੋਈ ਸੀ, ਜੋ ਬਾਅਦ ਵਿੱਚ ਇੰਡੀਅਨ 에ਅਰਲਾਈਨ ਵਿੱਚ ਮਰਜ ਹੋ ਗਈ ਸੀ। ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਆਫ ਇੰਡੀਆ ਐਂਡ ਨੈਸ਼ਨਲ 에ਅਰਪੋਰਟ ਅਥਾਰਟੀ ਵਰ ਮਰਜਡ ਔਨ 1995 ਟੂ ਫਾਰਮ 에ਅਰਪੋਰਟ ਅਥਾਰਟੀ ਆਫ ਇੰਡੀਆ। ਦੋ ਅਥਾਰਟੀ ਸੀਗੀਆਂ, ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਐਂਡ ਸੈਕਿੰਡ ਵਨ ਇਜ਼ ਨੈਸ਼ਨਲ 에ਅਰਪੋਰਟ ਅਥਾਰਟੀ। ਦੋਵੇਂ ਆਪਸ 'ਚ ਮਰਜ ਹੋ ਗਈਆਂ ਸੀਗੀਆਂ ਅਤੇ ਨਾਮ ਬਣ ਗਿਆ ਸੀਗਾ 에ਅਰਪੋਰਟ ਅਥਾਰਟੀ ਆਫ ਇੰਡੀਆ। 1995 ਦੇ ਵਿੱਚ ਇਹ ਫਾਰਮ ਹੋਈਆਂ ਸੀ, ਮਰਜ ਹੋਈਆਂ ਸੀਗੀਆਂ। ਹੁਣ ਗੱਲ ਕਰਦੇ ਹਾਂ ਆਪਾਂ 에ਅਰਪੋਰਟਸ ਦੀ।
पहला इंटरनेशनल एयरपोर्ट कोचीन एयरपोर्ट है जो कि 1936 ਵਿੱਚ ਬਣਿਆ। नोट कर लियो, सारे इंपॉर्टेंट ने, वैसे बहुत ने बट मैं फिर भी ਜਿਹੜੇ इंपॉर्टेंट ने वो लिखे हुए ने। पहला इंटरनेशनल एयरपोर्ट कोचीन एयरपोर्ट है जो कि 1936 ਵਿੱਚ ਬਣਿਆ। ਇਹ एयरपोर्ट सोलर पावर ਨਾਲ ਚੱਲਦਾ ਹੈ। ਇਸ ਨੂੰ ग्रीन एयरपोर्ट भी ਕਿਹਾ ਜਾਂਦਾ ਹੈ। देखो मतलब ਇੱਥੇ जो कुछ बिजली वगैरह यूज़ ਹੁੰਦੀ ਆ ਉਹ सोलर सिस्टम ਦੇ आधार ਤੇ ਕੰਮ ਕਰਦੀ ਹੈ। बहुत प्लांट लग्या है सोलर सिस्टम उत्ते, ठीक है। ਉਹਦੇ आधार ਤੇ पहला एयरपोर्ट है जिते सोलर सिस्टम की वरतों की गई है, सोलर पावर ली जाती है, इसलिए इसनों ग्रीन एयरपोर्ट भी कहा जाता है। पहला इंटरनेशनल एयरपोर्ट है, ठीक है जी। आया था सम टाइम भी ग्रीन एयरपोर्ट किनू कहा जाता है, तो तुम दस सकते हो भी कोचीन एयरपोर्ट नूं ग्रीन एयरपोर्ट कहा जाता है। चौधरी चरण सिंह इंटरनेशनल एयरपोर्ट लखनऊ जो कि यूपी दे विच है, यह 1986 ਵਿੱਚ ਬਣਿਆ ਸੀ। ਸਮ ਟਾਈਮ ਆ ਜਾਂਦਾ ਵੀ यूपी ਵਿੱਚ ਕਿਹੜਾ 에ਅਰਪੋਰਟ ਹੈ, ਲਖਨਊ 'ਚ ਕਿਹੜਾ 에ਅਰਪੋਰਟ ਹੈ, ਤੁਸੀਂ ਦੱਸ ਸਕਦੇ ਹੋ। ਚੌਧਰੀ ਚਰਨ ਸਿੰਘ ਇੰਟਰਨੈਸ਼ਨਲ 에ਅਰਪੋਰਟ। ਅੱਗੇ ਜੀ बीजू पटनायक इंटरनेशनल एयरपोर्ट जो कि भुवनेश्वर उड़ीसा ਵਿੱਚ ਹੈ, ਇਹ 1962 ਵਿੱਚ ਬਣਿਆ ਸੀ। बीजू पटनायक इंटरनेशनल एयरपोर्ट भुवनेश्वर उड़ीसा ਵਿੱਚ ਹੈ, ਇਹ 1962 ਦੇ ਵਿੱਚ ਬਣਿਆ ਸੀ। अगला जी राजीव गांधी इंटरनेशनल एयरपोर्ट हैदराबाद ਵਿੱਚ ਹੈ ਜੀ। राजीव गांधी साढ़े प्रधान मंत्री रहे ने जी, ये ठीक है, उन्होंने नाम से बनया हुआ राजीव गांधी इंटरनेशनल एयरपोर्ट हैदराबाद ਵਿੱਚ है। ये 23 मार्च 2008 ਵਿੱਚ ਬਣਿਆ ਸੀ। अगला है जी इंदिरा गांधी इंटरनेशनल एयरपोर्ट दिल्ली ਵਿੱਚ है। ये भारत का सब तो ਵੱਡਾ ਅਤੇ बिजी एयरपोर्ट है, ठीक है। बिजी एयरपोर्टा में आई थिंक सो उन्होंने 26वां स्थान आता है पूरे वर्ल्ड के विच। बहुत ही ज़्यादा बिजी रहा एयरपोर्ट से, बहुत सारिया उड़ाना इतने चलदियाँ रहिंदियां ने, ठीक है जी। सरदार वल्लभ भाई पटेल इंटरनेशनल एयरपोर्ट अहमदाबाद, सरदार वल्लभ भाई पटेल इंटरनेशनल एयरपोर्ट अहमदाबाद जो कि गुजरात के विच है। वीर सावरकर इंटरनेशनल एयरपोर्ट पोर्ट ब्लेयर अंडेमान निकोबार दे विच है जी। ये बी आर अंबेडकर इंटरनेशनल एयरपोर्ट नागपुर जो कि महाराष्ट्र दे विच है। रानी अहिल्या इंटरनेशनल एयरपोर्ट इंदौर MP मध्य प्रदेश दे विच है। लोकप्रिय गोपीनाथ इंटरनेशनल एयरपोर्ट गुवाहाटी जो कि असम दे विच है। गुरु रामदास इंटरनेशनल एयरपोर्ट अमृतसर जो कि पंजाब दे विच है। पहले इन्हों का नाम सीगा राजा सांसी, उन्होंने नाम उस तो बाद चेंज हो गया, राजा सांसी तो नाम बनया गुरु रामदास इंटरनेशनल एयरपोर्ट। कई बार आ जाता होंगे भी पुराना नाम की सीगा, ते हुण नाम गुरु रामदास इंटरनेशनल एयरपोर्ट है जो कि अमृतसर पंजाब दे विच है। शहीद भगत सिंह इंटरनेशनल एयरपोर्ट चंडीगढ़ दे विच है। छत्रपति शिवाजी इंटरनेशनल एयरपोर्ट मुंबई महाराष्ट्र दे विच है। कोंपेगौड़ा इंटरनेशनल एयरपोर्ट बेंगलोर कर्नाटक दे विच है। लाल बहादुर शास्त्री इंटरनेशनल एयरपोर्ट वाराणसी यूपी दे विच है। डेबोलिम इंटरनेशनल एयरपोर्ट गोवा दे विच है। कोयम्बटूर इंटरनेशनल एयरपोर्ट कोयम्बटूर जो कि तमिलनाडु दे विच है, ठीक है। कोयम्बटूर एक तमिलनाडु विच शहर का नाम है कोयम्बटूर, तो एयरपोर्ट का नाम भी कोयम्बटूर इंटरनेशनल एयरपोर्ट ही है। नेताजी सुभाष चंद्र बोस इंटरनेशनल एयरपोर्ट कलकत्ते मतलब वैस्ट बंगाल दे विच है। शेख उल आलम इंटरनेशनल एयरपोर्ट श्रीनगर जम्मू एंड कश्मीर दे विच है। शेख उल आलम इंटरनेशनल एयरपोर्ट श्रीनगर जम्मू एंड कश्मीर दे विच है।
ਪੂਨੇ ਇੰਟਰਨੈਸ਼ਨਲ 에ਅਰਪੋਰਟ, ਪੂਨੇ ਮਹਾਰਾਸ਼ਟਰ ਦੇ ਵਿੱਚ, ਇਹ ਵੀ ਸ਼ਹਿਰ ਦੇ ਨਾਮ 'ਤੇ ਹੀ ਹੈ। ਪੂਨੇ ਇੰਟਰਨੈਸ਼ਨਲ 에ਅਰਪੋਰਟ ਪੂਨੇ ਮਹਾਰਾਸ਼ਟਰ ਦੇ ਵਿੱਚ ਹੈ। ਬਿਰਸਾ ਮੁੰਡਾ ਇੰਟਰਨੈਸ਼ਨਲ 에ਅਰਪੋਰਟ, ਬਿਰਸਾ ਮੁੰਡਾ 에ਅਰਪੋਰਟ ਰਾਂਚੀ ਦੇ ਵਿੱਚ ਹੈ, ਝਾਰਖੰਡ ਦੇ ਵਿੱਚ ਹੈ। ਰਾਂਚੀ ਜੋ ਝਾਰਖੰਡ ਦੇ ਵਿੱਚ ਪੈਂਦਾ ਹੈ, ਉਹਦੇ ਵਿੱਚ ਹੈ ਇਹ। ਮਦੁਰਾਈ 에ਅਰਪੋਰਟ ਤਾਮਿਲਨਾਡੂ ਵਿੱਚ ਹੈ। ਭਾਰਤ ਵਿੱਚ ਕੁੱਲ 34 ਇੰਟਰਨੈਸ਼ਨਲ ਭਾਰਤ ਵਿੱਚ 34 ਇੰਟਰਨੈਸ਼ਨਲ 에ਅਰਪੋਰਟ ਹਨ ਜੋ ਕਿ ਵਰਕਿੰਗ ਦੇ ਵਿੱਚ ਨੇ। 34 에ਅਰਪੋਰਟ ਨੇ ਜੋ ਕਿ ਆਲਰੇਡੀ ਕੰਮ ਕਰ ਰਹੇ ਨੇ। ਇੰਟਰਨੈਸ਼ਨਲ 에ਅਰਪੋਰਟ ਨੇ 34। ਕੇਰਲਾ ਵਿੱਚ ਭਾਰਤ ਵਿੱਚ ਸਭ ਤੋਂ ਜ਼ਿਆਦਾ 4 ਇੰਟਰਨੈਸ਼ਨਲ 에ਅਰਪੋਰਟ ਨੇ। ਠੀਕ ਹੈ, ਕੇਰਲਾ ਦੇ ਵਿੱਚ 4 에ਅਰਪੋਰਟ ਨੇ ਜੀ, ਨੋਟ ਕਰ ਲਿਓ। ਕੁਸ਼ੋਕ ਬਾਕੁਲਾ ਰਿੰਪੋਚੀ लद्दाख इज़ द हाईएस्ट एयरपोर्ट इन दी कंट्री। ठीक है जी, कुशोक बकुला रिम्पोची लद्दाख इज़ द हाईएस्ट एयरपोर्ट इन दी कंट्री एट 3256 मीटर्स। सब तो उच्चा एयरपोर्ट है जी लद्दाख दे विच है। ਭਾਰਤ ਦਾ ਸਭ ਤੋਂ ਸਾਫ਼ 에ਅਰਪੋਰਟ ਮਦੁਰਾਈ 에ਅਰਪੋਰਟ ਹੈ। ਕਈ ਵਾਰ ਆ ਜਾਂਦਾ ਵੀ ਸਭ ਤੋਂ ਜ਼ਿਆਦਾ ਕਲੀਨ ਸਾਫ਼ ਸੁਥਰਾ 에ਅਰਪੋਰਟ ਕਿਹੜਾ ਹੈ, ਤਾਂ ਉਹ ਮਦੁਰਾਈ 에ਅਰਪੋਰਟ ਹੈ। ਠੀਕ ਹੈ ਜੀ, ਇਹ ਤੁਸੀਂ ਨੋਟ ਕਰ ਲਿਓ ਜੀ। ਇਹ ਇੰਪੋਰਟੈਂਟ 에ਅਰਪੋਰਟ ਵਾਲੇ ਲਿਖਾਏ ਹੋਏ ਨੇ, ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਦੇਖੋ, ਸਮਝੋ। ਠੀਕ ਹੈ ਜੀ, ਅਤੇ ਤੁਸੀਂ ਇਸ ਤੋਂ ਫਾਇਦਾ ਲੈ ਸਕਦੇ ਹੋ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।